सतगुर की जिसनु मत आवे सो सतगुर माहे समाना। एह बाणी जो जियो जाने तिस अंतर रवै हर नामा। बाणी गुरु गुरु है बाणी अमृत सारे। गुर बाणी कहे सेवक जन मानै। पर तख गुरु निस्तारै। बाणी विरलो विचारसी। जे को गुरुमुख होए एह बाणी महापुरख की। निज कर वासा होए मारू महला पहला। क्या सालाही अगम अपार। साचे सिरजनहार मुरार। जिसनु नदर करे तिस मेले। मेल मिलै मिलाई है। ब्रह्मा विष्णु महेश द्वार। ऊबे में अलख अपार। होर केती दर दिस बिललांदी। मैं गणत न आवे काई है। साची कीरत साची बाणी। होर न दीसै वेद पुराणी। पूंजी साच सच्चे गुण गावा। मैं तर होर ना काई है। जुग जुग साचा है पी होसी। कौन न मूवा कौन न मरसी। नानक नीच कह बेनंती।
दर देखो लेव लाई है, जुग जुग साचा है भी होसी, कौन न मुआ कौन न मरसी, नानक नीच कह बेनंती, दर देखो लेव लाई है। वाहिगुरु जी का खालसा, वाहिगुरु जी की फतेह। इस पावन शब्द दी विचार भाई बलविंदर सिंह जी जो तखत श्री केसगढ़ साहब जी के ग्रंथी सहबान ਹਨ आप जी ਨੂੰ ਸਰਵਣ ਕਰਵਾਉਣਗੇ। ਕੱਲ 9 ਤਰੀਕ ਸ਼੍ਰੋਮਣੀ ਭਗਤ ਕਬੀਰ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ, जो शाम ਨੂੰ ਸੋਦਰ ਦੇ ਪਾਠ ਤੋਂ ਲੈ ਕੇ ਰਾਤ 11 ਵਜੇ ਤੱਕ बहुत ਸ਼ਰਧਾ ਸਤਿਕਾਰ बड़े चाह उमा दे नाल मनाया जाएगा। परसों 10 तरीक 6वें पातशाह गुरु हरगोबिंद साहब महाराज जी का पवित्र पावन प्रकाश गुरपुरब है, जो हर साल की तरह गुरुद्वारा साहब मजनू का टिला विखे मनाया जाना है। अमृत वेले तो लैके बाद दोपहर तक विशेष दीवान सजणगे, फिर गुरुद्वारा बंगला साहब जोड़ा कर दे सेवकों वालों इस स्थान ते 6वें पातशाह महाराज जी का प्रकाश गुरपुरब मनाया जाना है। परसों शाम नूं ही सोदर दे पाठ तो लैके रात 12 बजे तक विशेष दीवान सजने हैं। सो इन्हां सारे समागमां विच सेवा करके हाजरियां भर के गुरु कीआं बख्शिशां प्राप्त करनियां जी। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। गुर अमरदास की अकथ कथा है, एक जी कछ कही न जाई, सोडी सरसट सगल तारन को, अब गुर रामदास का मिले वडाई। कृपा करो दीन के दाते, मेरा गुण अवगुण ना विचारो कोई। मट
ਟੀਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਸਤਿਗੁਰਾਂ ਦੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਪਾਵਨ ਪਵਿੱਤਰ ਸਭ ਸੰਗਤਾਂ ਧਨਤਾ ਦੇ ਯੋਗ ਹਨ। ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਜੁੜ ਬੈਠ ਕੇ ਸੰਗਤਾਂ ਇਕਾਗਰਤਾ ਦੇ ਨਾਲ ਸ਼ਰਧਾ ਧਿਆਨ ਹੋ ਕੇ ਰਾਗੀ ਸਿੰਘਾਂ ਦੀ ਮੁਖਾਰ ਬਿੰਦ ਦੇ ਵਿੱਚੋਂ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸਨ। ਉਸ ਤੋਂ ਉਪਰੰਤ ਆਪ ਜੀ ਨੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਗੁਰਾਂ ਦੀ ਬਾਣੀ ਸਰਵਣ ਕੀਤੀ ਹੈ। ਆਓ ਕੁਝ ਸਮਾਂ ਸੁਭਾਗ ਸਮਾਂ ਪ੍ਰਾਪਤ ਸਾਨੂੰ ਹੋਇਆ ਹੈ ਇਹਨਾਂ ਗੁਰਾਂ ਦੀ ਬਾਣੀ ਦੀ ਤੁਸ਼ ਬੁੱਧੀ ਦੇ ਦੁਆਰਾ ਵਿਚਾਰ ਕਰਨ ਦਾ। ਜਿਤਨੀਆਂ ਵੀ ਸੰਗਤਾਂ ਸਤਿਗੁਰੂ ਜੀ ਦੀ ਬਾਰਗਾਹ ਦੇ ਅੰਦਰ ਜੁੜ ਬੈਠੀਆਂ ਨੇ, ਇੱਕ ਵਾਰੀ ਕਹਿਣ ਤੇ ਸਭ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇਹ ਜ਼ਿਕਰ ਕਰ ਦੇਵਾਂ ਕਿ ਜਿਹੜਾ ਵੀ ਸਿੱਖ ਸਤਿਗੁਰੂ ਜੀ ਦੀ ਹਦੂਦ ਦੇ ਅੰਦਰ ਹਾਜ਼ਰ ਹੁੰਦਾ ਏ, ਉਹਦੇ ਚੰਗੇ ਭਾਗ ਤਾਂ ਹੈ ਹੀ, ਜਿਹੜਾ ਆ ਕੇ ਗੁਰੂ ਦੀ ਸੰਗਤ ਦੇ ਵਿੱਚ ਗੁਰਬਾਣੀ ਨੂੰ ਸੁਣਦਾ ਕੀਰਤਨ ਰੂਪ ਦੇ ਅੰਦਰ ਜਾਂ ਗੁਰਬਾਣੀ ਨੂੰ ਮੂਲ ਰੂਪ ਦੇ ਅੰਦਰ ਸਰਵਣ ਕਰਦਾ ਹੈ ਜਾਂ ਕਥਾ ਦੇ ਰੂਪ ਦੇ ਵਿੱਚ ਸਰਵਣ ਕਰਦਾ ਹੈ, ਤੇ ਸੰਗਤ ਦਾ ਸਭ ਤੋਂ ਵੱਡਾ ਜਿਹੜਾ ਮਹਾਤਮ ਹੈ, ਜਿੱਥੇ ਗੁਰਬਾਣੀ ਦੇ ਵਿੱਚ ਸੰਗਤ ਦਾ ਸਭ ਤੋਂ ਵੱਡਾ ਮਹਾਤਮ ਜ਼ਿਕਰ ਕੀਤਾ ਫਲ ਪ੍ਰਾਪਤ, ਉੱਥੇ ਸ਼ਾਸਤਰਾਂ ਦੇ ਅੰਦਰ ਵੀ ਘੱਟ ਨਹੀਂ ਕਿਹਾ। ਵਿਚਾਰ ਮਾਲਾ ਦੇ ਕਰਤਾ ਕਹਿੰਦੇ ਨੇ ਕਾਮ ਧੇਨ ਅਰ ਕਲਪ ਤਰ ਜੋ ਸੇਵਤ ਫਲ ਹੋਏ ਸੰਤ ਸੰਗਤ ਸਤ ਸੰਗਤ ਛਨ ਏਕ ਮੈਂ ਪ੍ਰਾਣੀ ਪਾਵੈ ਸੋਏ। ਜਿਹੜਾ ਫਲ ਸਨਾਤਨ ਧਰਮ ਦੇ ਵਿੱਚ ਇੰਨੇ ਯਤਨਾ ਕਰਨ ਦੇ ਬਾਵਜੂਦ ਵੀ ਮਿਲਦਾ ਏ, ਪਤਾ ਨਹੀਂ ਮਿਲਦਾ, ਪਰ ਕਹਿੰਦੇ ਉਹ ਫਲ ਜੇਕਰ ਕਿ ਤੂੰ ਸਤ ਸੰਗਤ ਦੇ ਵਿੱਚ ਆ ਕੇ 2 ਘੜੀਆਂ ਕੀਰਤਨ ਸਰਵਣ ਕਰੇਗਾ, ਸਤ ਸੰਗਤ ਦੇ ਵਿੱਚ ਆ ਕੇ 2 ਘੜੀਆਂ ਬੈਠੇਗਾ, ਤੇ ਵਿਚਾਰ ਮਾਲਾ ਦੇ ਕਰਤਾ ਕਹਿੰਦੇ ਨੇ ਮੈਂ ਤੈਨੂੰ ਇਹ ਗੱਲ ਦਾਅਵੇ ਦੇ ਨਾਲ ਕਹਿਣਾ ਹਾਂ ਕਿ ਸਤ ਸੰਗਤ ਦਾ ਜਿਹੜਾ ਫਲ ਹੈ ਇਹ ਅਵਸ਼ ਪ੍ਰਾਪਤ ਹੋਵੇਗਾ। ਵਾਸਤਵ ਦੇ ਅੰਦਰ ਜਿਹੜੇ ਸੰਸਕ੍ਰਿਤੀ ਵਿਦਵਾਨ ਲੋਕ ਨੇ, ਉਹਨਾਂ ਨੇ ਜਿੱਥੇ 5 ਸੁਰਤਰ ਮੰਨੇ ਹੋਏ ਨੇ, ਉਹਨਾਂ 5 ਸੁਰਤਰਾਂ ਦਾ ਜ਼ਿਕਰ ਕਰਦੇ ਸੰਸਕ੍ਰਿਤੀ ਵਿਦਵਾਨ, ਉਹ ਕਹਿੰਦੇ ਮਦਾਨ ਸੰਤਾਨ ਪਾਰਜਾਤ ਕਲਪਤਾਰ ਤੇ 5ਵਾਂ ਹਰ ਚੰਦਨ। ਉਹ ਕਹਿੰਦੇ ਨੇ ਜੇਕਰ ਕਿ ਇਹਨਾਂ 5 ਸੁਰਤਰਾਂ ਦੀ ਕੋਈ ਪੂਜਾ ਕਰੇ
ਉਹਨਾਂ ਨੂੰ ਬੇਅੰਤ ਸੁਖ ਪ੍ਰਾਪਤ ਹੁੰਦਾ ਹੈ। ਇਹ ਸੰਸਕ੍ਰਿਤੀ ਵਿਦਵਾਨਾਂ ਦੇ ਆਪਣੇ ਖਿਆਲਾਤ ਨੇ। ਇਹਦਾ ਗੁਰਮਤ ਦੇ ਨਾਲ ਕੋਈ ਢੁਕਮਾ ਨਹੀਂ, ਗੁਰਮਤ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ। ਮੈਂ ਤਾਂ ਆਪ ਜੀ ਦੇ ਧਿਆਨ ਵਾਸਤੇ ਇਹਨਾਂ ਸ਼ਬਦਾਂ ਨੂੰ ਪੜ੍ਹਿਆ ਹੈ। ਉਹ ਕਹਿੰਦੇ ਪੰਜ ਸੁਰਤਰ ਮੰਨਦੇ ਨੇ, ਮੰਦਾਨ, ਸੰਤਾਨ, ਪਾਰ ਜਾਤ, ਕਲਪ ਤਾਰ ਤੇ ਪੰਜਵਾਂ ਹਰ ਚੰਦਨ। ਕਹਿੰਦੇ ਜੇ ਕਰਕੇ ਇਹਨਾਂ ਦੀ ਆਰਾਧਨਾ ਕੀਤੀ ਜਾਵੇ, ਸਨਾਤਨੀ ਲੋਕ ਕਹਿੰਦੇ ਨੇ ਇਹਨਾਂ ਦੀ ਆਰਾਧਨਾ ਕੀਤੀ ਜਾਵੇ ਤਾਂ ਬਹੁਤ ਫਲ ਪ੍ਰਾਪਤ ਹੁੰਦਾ ਏ। ਇੱਕ ਜਿਹੜਾ ਸੁਰਤਰ ਦਾ ਜ਼ਿਕਰ ਹੈ ਉਹ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਕੀਤਾ ਹੈ। ਉਹ 6ਵਾਂ ਸੁਰਤਰ ਮੰਨਦਾ ਹੈ। ਉਹ ਕਹਿੰਦਾ ਉਸ ਸੁਰਤਰ ਦਾ ਨਾਮ ਹੈ ਸਿਦਰ ਤੁਲਾ ਮੰਤਤਾ। ਉਹ ਲਿਖਦਾ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਜੀ ਜਦੋਂ ਖੁਦਾ ਦੇ ਬਾਗ ਦੇ ਵਿੱਚ ਗਏ ਤਾਂ ਉੱਥੇ ਇਹ 6ਵਾਂ ਉਹਨਾਂ ਨੂੰ ਸੁਰਤਰ ਪ੍ਰਾਪਤ ਹੋਇਆ ਸੀਗਾ। ਖੈਰ ਇਹ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਅੰਦਰ ਇਹਦਾ ਜ਼ਿਕਰ ਕੀਤਾ ਹੈ। ਕਹਿੰਦੇ ਜੇ ਕਰਕੇ ਇਹਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ। ਤਾਂ ਵਿਚਾਰਮਾਲਾ ਦੇ ਕਰਤਾ ਨੇ ਖੰਡਨ ਕੀਤਾ ਹੈ। ਉਹ ਕਹਿਣ ਲੱਗਾ ਇਹਨਾਂ ਦਾ ਫਲ ਪਤਾ ਨਹੀਂ ਪ੍ਰਾਪਤ ਹੋਵੇ ਕਿ ਨਾ ਹੋਵੇ। ਕਈ ਸਾਲ ਇਹਨਾਂ ਦੀ ਪ੍ਰਾਪਤੀ ਵਾਸਤੇ ਲੱਗ ਜਾਂਦੇ ਨੇ। ਕਈ ਧੂਣੀਆਂ ਤਪਾਤ ਪਾ ਕੇ ਸਾਧ ਲੋਕ ਬੈਠਦੇ ਨੇ, ਕਈ ਜਲ ਧਾਰੇ ਕਰਦੇ ਨੇ, ਕਈ ਇਹਨਾਂ ਦੀ ਪ੍ਰਾਪਤੀ ਦੇ ਵਾਸਤੇ ਅਸਵਮੇਧ ਜਗ ਕਰਦੇ ਨੇ, ਕਈ ਸਰਪ ਮੇਧ ਜਗ ਕਰਦੇ ਨੇ, ਕਈ ਗਊ ਮੇਧ ਜਗ ਕਰਦੇ ਨੇ। ਪਰ ਇਹਨਾਂ ਫਲਾਂ ਦੀ ਪ੍ਰਾਪਤੀ ਦਾ ਪਤਾ ਨਹੀਂ। ਪਰ ਮੈਂ ਇਹ ਅਵਸ਼ ਕਹਿਣਾ ਹਾਂ ਕਿ ਜਿਹੜਾ ਸਤ ਸੰਗਤ ਦੇ ਵਿੱਚ ਆ ਕੇ ਗੁਰਬਾਣੀ ਨੂੰ ਜਪੇ, ਸਤ ਸੰਗਤ ਦੇ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਸੁਨੇ, ਇਹਦਾ ਫਲ ਇਹਨਾਂ ਤੋਂ ਵੀ ਵਧੇਰੇ ਹੋਵੇਗਾ। ਇਹਦਾ ਫਲ ਅਵਸ਼ ਪ੍ਰਾਪਤ ਹੋਵੇਗਾ। ਮੈਂ ਇੱਕ ਵਾਰੀ ਫਿਰ ਇਸ ਵਿਦਵਾਨ ਦੀਆਂ ਪੰਕਤੀਆਂ ਨੂੰ ਦੁਹਰਾ ਦੇਵਾਂ। ਉਹ ਵਿਦਵਾਨ ਕਹਿੰਦਾ ਕਾਮ ਧੇਨ ਅਰ ਕਲਪ ਤਰ ਜੋ ਸੇਵਤ ਫਲ ਹੋਏ ਸਤ ਸੰਗਤ ਛਿਨ ਏਕ ਮੈਂ। ਇਹਦਾ ਫਲ ਤਾਂ ਜੁਗਾ ਜੁਗਾਂ ਦੇ ਵਿੱਚ ਵੀ ਪਤਾ ਨਹੀਂ ਮਿਲੇਗਾ ਕਿ ਨਹੀਂਗਾ। ਪਰ ਜਿਹੜਾ ਸਤ ਸੰਗਤ ਦੇ ਵਿੱਚ ਬੈਠ ਕੇ ਤੂੰ ਕੀਰਤਨ ਸੁਨੇਗਾ, ਬਾਣੀ ਪੜੇਗਾ, ਇਹਦਾ ਫਲ ਤਾਂ ਮਹਾਰਾਜ ਵਾਹਿਗੁਰੂ, ਇਹਦਾ ਫਲ ਤਾਂ ਇਹ ਵਿਦਵਾਨ ਲੋਕ ਕਹਿੰਦੇ ਨੇ ਕਿ ਛਿਣ ਦੇ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ। ਹੁਣ ਜਿਤਨੀਆਂ ਸੰਗਤਾਂ ਗੁਰੂ ਦੀ ਬਾਰਗਾਹ ਦੇ ਵਿੱਚ ਜੁੜ ਬੈਠੀਆਂ ਨੇ, ਆਓ ਆਪਾਂ ਸ਼ਬਦ ਦੇ ਵਿਚਾਰ ਦੀ ਆਰੰਭਤਾ ਕਰੀਏ। ਇਹ ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਇਹ ਮਾਰੂ ਸੋਹਲਿਆਂ ਦੇ ਸ਼ਬਦ ਨੇ। ਮਾਰੂ ਸੋਹਲਿਆਂ ਦੇ ਸ਼ਬਦਾਂ ਦੇ ਵਿੱਚੋਂ ਅਸੀਂ ਕੱਲ ਦੀ ਕਥਾ ਦੇ ਅੰਦਰ ਜੋ ਕਿ 12 ਸ਼ਬਦਾਂ ਦੀ ਕਥਾ ਸ਼ਰਵਣ ਕੀਤੀ ਸੀ, 12 ਬੰਦਾਂ ਦੀ ਜਿਹੜੀ ਕਥਾ ਸੀ ਉਹ ਆਪ ਜੀ ਨੇ ਸ਼ਰਵਣ ਕੀਤੀ ਸੀ। ਅੱਜ ਜਿਹੜੇ 13ਵੇਂ ਬੰਦ ਦੀ ਕਥਾ ਹੈ, ਮਨ ਬਿਰਤੀਆਂ ਇਕਾਗਰ ਕਰੋ, ਆਖੋ ਜੀ ਸਤਨਾਮ ਸ਼੍ਰੀ। ਫਿਰ ਆਖੋ ਜੀ ਸਤਨਾਮ ਸ਼੍ਰੀ। ਕਿਆਸ ਲਾਹੀ ਅਗਮ ਅਪਾਰ ਸਾਚੈ ਸਿਰਜਨਹਾਰ ਮੁਰਾਰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਉਸ ਵਾਹਿਗੁਰੂ ਦੇ ਪ੍ਰਥਾਏ ਸਿਫਤ ਉਚਾਰਨ ਕਰਦੇ ਨੇ। ਉਹ ਪਰਮੇਸ਼ਰ ਜਿਹੜਾ ਅਗਮ ਹੈ, ਉਹ ਅਗਮਤਾ ਤੋਂ ਪਰੇ ਹੈ, ਇੰਦਰੀਆਂ ਤੋਂ ਪਰੇ ਹੈ, ਅਪਾਰ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਪਾਰੇ ਤੋਂ ਭਾਵ ਉਸ ਨੂੰ ਕਿਸੇ ਖੇਤਰਪਲ ਦੇ ਅੰਦਰ ਨਹੀਂ ਲਿਆ ਜਾ ਸਕਦਾ, ਉਹਦਾ ਨਾਪ ਨਹੀਂ ਕੀਤਾ ਜਾ ਸਕਦਾ ਵੀ ਉਹ ਕਿੰਨੇ ਖੇਤਰਪਲ ਦੇ ਅੰਦਰ ਵਿਛਿਆ ਹੋਇਆ ਹੈ। ਉਹਦਾ ਅਪਾਰ ਇੰਨਾ ਕੁ ਵੱਡਾ ਹੈ
ਉਹ ਚਾਹੇ ਤਾਂ ਹਰਨਾਕਸ਼ ਨੂੰ ਮਾਰਨ ਵਾਸਤੇ ਆਪਣਾ ਵਿਰਾਟ ਰੂਪ ਧਾਰਨ ਕਰ ਸਕਦਾ ਏ। ਉਹ ਚਾਹੁੰਦਾ ਤਾਂ ਉਹ ਆਪਣਾ ਸੂਖਮ ਤੋਂ ਸੂਖਮ ਸਰੀਰ ਵੀ ਬਣਾ ਸਕਦਾ ਏ, ਜਿਵੇਂ ਰਾਜੇ ਪ੍ਰੀਸ਼ਤ ਨੂੰ ਮਾਰਿਆ ਸੀਗਾ। ਇਸ ਕਰਕੇ ਉਹਦੇ ਪਾਰਾਵਾਰ ਦੀ ਕੋਈ ਗਿਣਤੀ ਮਿਣਤੀ ਨਹੀਂ ਗੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਹੇ ਆਗਮ, ਹੇ ਵਾਹਿਗੁਰੂ, ਅਪਾਰਾਵਾਰ ਤੋਂ ਰਹਿਤ ਕਿਆ ਸਲਾਹੀ, ਮੈਂ ਤੇਰੀ ਕਿੱਥੋਂ ਤੱਕ ਸਿਫਤ ਕਰਾਂ। ਸਿਫਤ ਮਨੁੱਖਾਂ ਦੀ ਕੀਤੀ ਜਾਂਦੀ ਹੈ, ਜਿਹਦੀ ਸਿਫਤ, ਜਿਸ ਦੀ ਸਲਾਘਾ ਦਾ ਕੋਈ ਪਾਰਾਵਾਰ ਹੀ ਨਹੀਂਗਾ, ਉਹਨੂੰ ਕਿੱਥੋਂ ਤੱਕ ਸਲਾਹੇਗਾ, ਉਹਦੀ ਕਿੱਥੋਂ ਤੱਕ ਉਪਮਾ ਕਹੇਗਾ, ਉਹਦੀ ਤੂੰ ਕਿੱਥੋਂ ਤੱਕ ਵਡਿਆਈ ਕਰੇਗਾ। ਉਹਦੀ ਵਡਿਆਈ ਕਰਦਾ ਜਾ ਉਹ ਮੁੱਕੇਗੀ ਨਹੀਂ। ਜਿਵੇਂ ਭੱਟਾਂ ਨੇ ਮੁਖਾਤਬ ਹੋ ਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਰਥਾਏ ਸ਼ਬਦ ਕਹੇ, ਘਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਨਹ ਜੋ ਗਾਵੈ। ਤੇ ਭੱਟਾਂ ਨੇ ਮੁਖਾਤਬ ਹੋ ਕੇ ਆਖਿਆ ਸੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਬੜੇ ਪਖੰਡੀ ਤੇ ਦੱਬੀ ਗੁਰੂ ਬੈਠੇ ਸਨ, ਪਰ ਹੇ ਗੁਰੂ ਅਮਰਦਾਸ, ਜਿਹੜੀ ਤੇਰੀ ਉਪਮਾ ਕੇਵਲ ਤੈਨੂੰ ਹੀ ਸੌਂਪਦੀ ਹੈ। ਤੇਰੀ ਉਪਮਾ ਦੇ ਨਾਲ ਹੋਰ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਜੇ ਕੋਈ ਹੋਰ ਗੁਰੂ ਦੀ ਤੁਲਨਾ ਕਰਨੀ ਚਾਹੇ ਤਾਂ ਇਹ ਅਸੰਭਵ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ, ਕਿਆ ਸਲਾਹੀ, ਤੇਰੀ ਸਿਫਤ ਮੈਂ ਕਿੱਥੋਂ ਤੱਕ ਕਰਨਾ ਕਰਾਂ। ਸਾਚਾ ਸਿਰਜਨਹਾਰ ਮੁਰਾਰੈ, ਹੇ ਵਾਹਿਗੁਰੂ ਪਰਮੇਸ਼ਰ ਮੁਰਾਰੈ, ਤੂੰ ਮੋਰ ਦੈਂਤ ਦਾ ਨਾਸ ਕਰਨ ਵਾਲੇ। ਇਹ ਵਾਹਿਗੁਰੂ ਪਰਮੇਸ਼ਰ ਦਾ ਵਾਚਕ ਹੈ ਮੁਰਾਰੇ ਸ਼ਬਦ। ਜਿਵੇਂ ਮਹਾਰਾਜ ਜੀ ਦੇ ਬੇਅੰਤ ਨਾਮ ਨੇ ਗੁਰਬਾਣੀ ਦੇ ਅੰਦਰ, ਮੁਰਾਰ, ਬੀਠਲ ਵੀ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਕਹਿੰਦੇ ਐ। ਹਰੀ ਸ਼ਬਦ, ਗੋਪਾਲ, ਗੋਵਿੰਦ, ਇਹ ਵਾਹਿਗੁਰੂ ਪਰਮੇਸ਼ਰ ਦੇ ਸਾਰੇ ਨਾਮ ਨੇ। ਤੇ ਇਸੇ ਤਰ੍ਹਾਂ ਮੁਰਾਰੇ ਵੀ ਵਾਹਿਗੁਰੂ ਪਰਮੇਸ਼ਰ ਦਾ ਹੀ ਵਾਚਕ ਮੰਨਦੇ ਨੇ ਵਿਦਵਾਨ ਲੋਕ। ਜਿਹੜੇ ਮੋਰ ਦੈਂਤ ਨੂੰ ਖਤਮ ਕਰਨ ਵਾਲੇ, ਜਿਹੜਾ ਮੋਰ ਆਰੀ ਹੈ, ਮੋਰ ਦੈਂਤ ਦਾ ਨਾਸ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਸਾਚਾ ਸਰਜਨ ਹਾਰ, ਜਿਹੜਾ ਸੱਚਾ ਵਾਹਿਗੁਰੂ ਹੈ, ਜਿਸ ਨੇ ਸਾਰੇ ਸਿਰਜਣਹਾਰ ਸ੍ਰਿਸ਼ਟੀ ਨੂੰ ਬਣਾਇਆ ਹੋਇਆ ਹੈ। ਜਿਸ ਨੂੰ ਨਦਰ ਕਰੇ ਤਿਸ ਮੇਲੇ, ਮੇਲ ਮਿਲੈ ਮੇਲਾਈ ਹੈ। ਹੇ ਸਤਿਗੁਰੂ ਪਰਮੇਸ਼ਰ ਵਾਹਿਗੁਰੂ, ਜਿਸ ਉੱਤੇ ਤੂੰ ਆਪਣੀ ਨਦਰ ਕਰਦਾ ਹੈ, ਆਪਣੀ ਦ੍ਰਿਸ਼ਟੀ ਪਾਉਣਾ ਹੈ, ਆਪਣੀ ਕਿਰਪਾ ਮਿਹਰ ਭਰੀ ਨਿਗਾਹ ਪਾਉਣਾ ਹੈ। ਹੁਣ ਵਾਹਿਗੁਰੂ ਪਰਮੇਸ਼ਰ ਦੀ ਨਿਗਾਹ ਦੀ ਪੈਣ ਦੀ, ਉੱਥੇ ਤਾਂ ਪਿੰਗਲੇ ਵੀ ਪਰਬਤ ਚੜ ਜਾਂਦੇ ਨੇ। ਉਹਦੀ ਦ੍ਰਿਸ਼ਟੀ ਪੈ ਜਾਵੇ ਤਾਂ ਗੁੰਗੇ ਵੀ ਵਿਦਵਾਨ ਬਣ ਜਾਂਦੇ ਨੇ। ਗੱਲ ਤਾਂ ਵਾਹਿਗੁਰੂ ਦੀ ਨਦਰ ਦੀ ਹੈ, ਵਾਹਿਗੁਰੂ ਦੀ ਮਿਹਰ ਦੀ ਹੈ। ਇੱਕ ਬਾਪੂ ਦਾ ਸ਼ਬਦ ਚੇਤੇ ਆ ਗਿਆ। ਮਹਾਰਾਜ ਜੀ ਕਹਿਣ ਲੱਗੇ, ਕਿਰਪਾ ਕਟਾਖ, ਕਟਾਖ ਪੈਰ 'ਚ ਥੋੜਾ ਜਿਹਾ ਹਲੰਤ ਲੱਗਾ ਹੋਇਆ ਏ। ਕਿਰਪਾ ਕਟਾਖ ਅਬ ਲੋਕਣ ਕੀਨੋ। ਅਗਲੀ ਪੰਕਤੀ ਵਿੱਚ ਬਾਪੂ ਜੀ ਕਹਿੰਦੇ, ਦਾਸ ਕਾ ਦੁੱਖ ਬਦਾਰਿਓ। ਭਾਵੇਂ ਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਚਾਰ ਤਰ੍ਹਾਂ ਦਾ ਗੁਰਬਾਣੀ ਨੇ ਦੁੱਖ ਮੰਨਿਆ ਹੋਇਆ ਹੈ, ਚਾਰ ਪ੍ਰਕਾਰ ਦਾ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲਾ ਦਾਰੂ ਲਾਏ। ਇਹ ਚਾਰ ਪ੍ਰਕਾਰ ਦਾ ਦੁੱਖ ਗੁਰਬਾਣੀ ਦੇ ਆਸੇ ਅਨੁਸਾਰ ਮੰਨਦੇ ਸਤਿਗੁਰੂ ਜੀ। ਕਹਿੰਦੇ, ਦੇਖ, ਜੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਆਪਣੀ ਸਵੱਲੀ ਨਿਗਾਹ ਪਾ ਦੇਵੇ, ਤਾਂ ਫਿਰ ਕਹਿੰਦੇ ਚਾਰ ਪ੍ਰਕਾਰ ਦਾ ਜਿਹੜਾ ਦੁੱਖ ਹੈ, ਉਹ ਫਿਰ ਆਪਣੇ ਦਾਸ ਦਾ, ਆਪਣੇ ਸੇਵਕ ਦਾ ਗੁਰੂ ਖਤਮ ਕਰ ਦਿੰਦਾ ਹੈ, ਗੁਰੂ ਨਾਸ ਕਰ ਦਿੰਦਾ ਹੈ।
ਹੁਣ ਇੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਜਿਸਨੋ ਨਦਰ ਕਰੇ ਤਿਸ ਮੇਲੇ। ਜਿਸ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਨਦਰ ਹੋ ਜਾਵੇ, ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਉਸ ਜੀਵ ਨੂੰ, ਉਸ ਜਗਿਆਸੂ ਨੂੰ, ਜਿਹੜਾ ਇੱਛਾ ਰੱਖਣ ਵਾਲਾ ਹੈ ਮਨ ਦੇ ਅੰਦਰ, ਉਹਨੂੰ ਆਪਣੇ ਨਾਲ ਮੇਲ ਲੈਂਦੇ ਨੇ, ਇੱਕ ਭੇਦ ਹੋ ਜਾਂਦੇ ਨੇ, ਇੱਕ ਰੂਪ ਹੋ ਜਾਂਦੇ ਨੇ। ਇਹ ਤਾਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ ਤਾਂ ਇੱਕ ਦੋਹਾਂ ਤੋਂ ਇੱਕ ਬਣ ਜਾਂਦੇ ਨੇ। ਜਿਵੇਂ ਭਗਤ ਕਬੀਰ ਜੀ ਨੇ ਕਿਹਾ ਸੀ ਨਾ, ਪਹਿਲਾਂ ਕਬੀਰ ਔਰ ਰਾਮ ਅਲੱਗ ਸਨ। ਪਹਿਲਾਂ ਰਾਮ ਹੋਰ ਕਬੀਰ ਹੋਰ ਸੀਗਾ, ਪਰ ਕਬੀਰ ਕਹਿਣ ਲੱਗਾ ਮੈਂ ਉਸ ਰੱਬ ਦਾ ਨਾਮ, ਉਸ ਵਾਹਿਗੁਰੂ ਦਾ ਨਾਮ ਇਤਨਾ ਕਿ ਜਪਿਆ ਕਿ ਮੈਂ ਉਹਦੇ ਵਿੱਚ ਭੇਦ ਹੋ ਗਿਆ। ਕਬੀਰ ਅਬ ਤੋ ਜਾਏ ਚੱਡੇ ਸੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਮਿਲ ਲਿਆ ਆਪਣੇ ਨਾਲ, ਮਿਲ ਲਿਆ ਆਪਣੇ ਵਿੱਚ ਭੇਦ ਕਰ ਲਿਆ। ਇਹ ਹੈ ਵਾਹਿਗੁਰੂ ਪਰਮੇਸ਼ਰ ਦੀ ਨਦਰ, ਉਹਦੀ ਕਿਰਪਾ। ਜਿਨ੍ਹਾਂ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਗੁਰੂ ਆਪਣੇ ਨਾਲ ਮੇਲ ਲੈਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਮੇਲ ਮਿਲੈ ਮੈਂ ਲਾਈ ਹੈ। ਤੇ ਫੇਰ ਮੇਲ ਜਿਹੜੇ ਸੰਗਤ ਵਿੱਚ ਆ ਕੇ ਨਾਮ ਜਪਦੇ ਨੇ, ਫਿਰ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਦੁਆਰ, ਉਬੈ ਸੇਵੈ ਅਲਖ ਅਪਾਰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਮਾਰੂ ਸੋਲਿਆਂ ਦੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ, ਸਤਿਗੁਰੂ ਮਨੁੱਖ ਜਾਤੀ ਦੇ ਅੰਦਰੋਂ ਤਾਂ ਤੇਰੇ ਚਰਨਾਂ ਤੇ ਨਮਸਤਕ ਹੋਣਾ ਹੀ ਹੈ। ਜਿਹੜੇ ਦੇਵਤੇ ਲੋਕ ਨੇ, ਬ੍ਰਹਮਾ ਵਰਗੇ, ਜਿਹੜੇ ਵਿਸ਼ਨੂੰ ਵਰਗੇ, ਜਿਹੜੇ ਮਹੇਸ਼ ਕਹੀਏ ਸ਼ਿਵਜੀ ਵਰਗੇ, ਇਹ ਜਿਹੜੇ ਤਿੰਨ ਦੇਵਤੇ ਨੇ, ਕਹਿੰਦੇ ਇਹ ਜਿਹੜੇ ਤਿੰਨ ਦੇਵਤੇ ਇਹ ਵੀ ਤੇਰੇ ਦਰਵਾਜ਼ੇ ਤੇ ਬਾਪੂ ਖੜੋਤੇ ਪਏ ਨੇ, ਇਹ ਵੀ ਤੇਰੇ ਦਰਵਾਜ਼ੇ ਤੇ ਸੇਵਾ ਕਰਦੇ ਪਏ ਨੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਆਖਰਲੀ ਜ਼ਿੰਦਗੀ ਦਾ ਪੜਾਅ ਕਰਤਾਰਪੁਰ ਸਾਹਿਬ ਦੇ ਵਿੱਚ ਕੀਤਾ। ਕਹਿੰਦੇ ਜਦੋਂ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੇ ਗਏ, ਜਾ ਰਹੇ ਸਨ ਉਹ ਦੇਵੀ ਦੀ ਉਪਾਸਨਾ ਕਰਨ ਵਾਸਤੇ। ਮਨ ਵਿੱਚ ਖਿਆਲ ਉਤਪੰਨ ਹੋਏ, ਕਿਉਂ ਨਾ ਜਾਂਦਿਆਂ ਜਾਂਦਿਆਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦਾ ਜਾਵਾਂ। ਜਦੋਂ ਬਾਬਾ ਲਹਿਣਾ ਜੀ ਗੁਰੂ ਨਾਨਕ ਦੇ ਦਰ ਤੇ ਖੜੇ ਤਾਂ ਉਹੀ ਜਿਹੜੀ ਦੇਵੀ ਸੀਗੀ ਉਹ ਗੁਰੂ ਨਾਨਕ ਦੇ ਝਾੜੂ ਦਰਬਾਰ ਮਹਾਰਾਜ ਜੀ ਦੇ ਦਰ ਤੇ ਝਾੜੂ ਮਾਰਦੀ ਪਈ ਸੀਗੀ। ਤੇ ਦੇਵੀ ਤੋਂ ਪੁੱਛਿਆ ਸੀ ਬਾਬਾ ਲਹਿਣਾ ਜੀ ਨੇ, ਤੂੰ ਇੱਥੇ ਗੁਰੂ ਨਾਨਕ ਦੇ ਦਰ ਤੇ ਕੀ ਕਰਦੀ ਆ? ਕਹਿੰਦੀ ਇਹੀ ਤਾਂ ਸਭ ਤੋਂ ਵੱਡਾ ਦਰ ਹੈ ਜਿੱਥੋਂ ਮੈਂ ਬਰਕਤਾਂ ਲਿਜਾ ਕੇ ਆਪਣੇ ਭਗਤਾਂ ਨੂੰ ਦਿੰਨੀ ਆ। ਤੇ ਭਾਈ ਲਹਿਣਾ ਜੀ ਕਹਿੰਦੇ ਫਿਰ ਤੇਥੋਂ ਕੀ ਕਰਾਉਣਾ ਹੈ? ਜੇ ਤੂੰ ਆ ਕੇ ਇਸ ਦਰ ਤੇ ਬਰਕਤਾਂ ਮੰਗਦੀ ਗੁਰੂ ਨਾਨਕ ਦੇ ਦਰ ਤੇ ਫਿਰ ਸਦਾ ਵਾਸਤੇ ਲਹਿਣਾ ਵੀ ਇਸ ਦਰ ਦਾ ਹਾਜ਼ਰ ਹੋ ਜਾਵੇਗਾ। ਚੇਤੇ ਰੱਖੋ ਜੀ, ਇਹੋ ਜਿਹਾ ਗੁਰੂ ਨਾਨਕ ਦੇ ਦਰ ਤੇ ਬਾਬਾ ਲਹਿਣਾ ਜੀ ਗਏ, ਉਹ ਗੁਰੂ ਰੂਪ ਹੋ ਕੇ ਪ੍ਰਗਟ ਹੋਏ। ਖਿਆਲ ਕਰੋ ਗੁਰਮੁਖੋ, ਜਿਸ ਦੇਵਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਬ੍ਰਹਮਾ ਵਿਸ਼ਨ ਮਹੇਸ਼ ਦੁਆਰੈ, ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਸ਼ਿਵਜੀ ਵਰਗੇ ਇਹ ਤੇਰੇ ਦਰਵਾਜ਼ੇ ਤੇ ਖੜੇ ਨੇ। ਉਬੈ, ਉਬੇ ਦਾ ਅਰਥ ਹੁੰਦਾ ਹੈ ਖੜਨਾ। ਤੇ ਜਦੋਂ ਅਸੀਂ ਗਣਿਤ ਭਾਸ਼ਾ ਦੇ ਵਿੱਚੋਂ ਲਈਏ, ਗਣਿਤ ਭਾਸ਼ਾ ਦੇ ਵਿੱਚ ਉਬੇ ਦਾ ਅਰਥ ਦੋ ਹੁੰਦਾ ਹੈ, ਪਰ ਇੱਥੇ ਗਣਿਤ ਭਾਸ਼ਾ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਇਸੇ ਕਰਕੇ ਉਬੇ ਦਾ ਅਰਥ ਇੱਥੇ ਜਿਹੜੇ ਵਿਦਵਾਨ ਲੋਕ ਨੇ ਉਹ ਖੜੋੜਾ ਮੰਨਦੇ ਆ। ਕਹਿਣ ਲੱਗੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹ ਦੇਵਤੇ ਆਪ ਜੀ ਦੇ ਦਰ ਤੇ ਹੈ ਪਰਮੇਸ਼ਰ ਖੜੋਂਦੇ ਨੇ।
हे अलਖ सतगुरु महाराज, हे अपारै पारावार तो रहत सतगुरु जी। ते फिर खड़ो के ये सेवा सेवदे ने, दोवें हथ जोड़ के ये आप जी नूं चेते करदे ने, याद करदे हन। होर केती दर दिसै बैल लांदी, मैं गणत न आवै काई है। धन श्री गुरु नानक देव महाराज पातशाह जी कहन लगे, देवतियां दी गल तां छड्डो, इन्हां तो इलावा होर केती दर दिशा बिल लांदी, कहंदे होर किन्ने क दिसदे ने हे सतगुरा तेरे दरवाजे ते वल लांदे होए, तेरे दरवाजे ते कर लाउंदे होए, होर किन्ने क वेखी दे ने ਜਿਹੜੇ तेरे दरवाजे ते आके कुरलांदे ने, इत्थे आके कूकदे ने। चेते आ गया इतिहास दे पन्ने कहंदे ने, जिन्ने दुखीए दर्दी लोग सन, किसे नूं तन दा रोग सीगा, किसे नूं मन दा रोग सीगा, कहंदे अमृत वेले ओ धन गुरु अमरदास महाराज बापू जी दे स्थान ते चले जांदे सन। जिन्हां उत्ते किरपा पैंदी सी धन गुरु अमरदास महाराज पातशाह जी दी, ते उन्हां दे रोगां दी निवृत्ति हो जांदी सीगी। इतिहास इस गल दी गवाही भरदा है, कहंदे गोइंदवाल साहब दी पावन धरती ते धन गुरु अमरदास महाराज जी जदों अमृत वेले वाहेगुरु दी इबादत करके ते अपना मुख चादर तो बाहर कढदे सन, ते अगे कहंदे जिहड़े रोगी लोक ने, दुखीए लोक ने, उन्हां दीयां कतारां लगियां हुंदियां सन। इतिहास कहंदा एक कोड़ी होया है जिसदा नाम सीगा प्रेमा कोड़ी। बाद विच महाराज जी ने इस नूं अपने पुत्र दा दर्जा भी दिता सीगा, प्रेमे कोड़ी नूं, ते नाल इस नूं एक मंजी भी महाराज जी ने बख्शी सीगी। धन गुरु अमरदास महाराज जी ने ਉਹ ਪ੍ਰੇਮਾ ਕੋੜੀ ਮਹਾਰਾਜ ਜੀ ਦੇ ਦਰ ਤੇ ਆ ਕੇ ਲੇਟ ਗਿਆ। ਬੜਿਆਂ ਨੇ ਗਲਤਾਨ ਕੀਤੀ, ਨਫ਼ਰਤ ਕੀਤੀ, ਕਿਉਂਕਿ ਮਨੁੱਖ ਜਾਤੀ ਦਾ ਸੁਭਾਅ ਹੈ ਕਿ ਇਹੋ ਜਿਹੇ ਮਨੁੱਖ ਨੂੰ ਦੇਖ ਕੇ ਕਿਸੇ ਦੇ ਹਿਰਦੇ ਦੇ ਅੰਦਰ ਦਇਆ ਆਉਂਦੀ ਹੈ, ਕਿਉਂਕਿ ਦਇਆ ਬੜੀ ਪ੍ਰਬਲ ਹੁੰਦੀ ਹੈ। ਦਇਆ ਤੋਂ ਧਰਮ ਦੀ ਉਤਪਤੀ ਹੁੰਦੀ ਹੈ। ਦਇਆ ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਨਹੀਂ, ਉਹ ਮਨੁੱਖ ਜਿੰਨੇ ਮਰਜੀ ਧਰਮ ਦੇ ਬੁਰਕੇ ਪਾਈ ਫਿਰੇ, ਉਹ ਮਨੁੱਖ ਧਰਮੀ ਨਹੀਂ ਹੋ ਸਕਦਾ ਬਿਆ, ਕਿਉਂਕਿ ਦਇਆ ਮਾਂ ਹੈ, ਧਰਮ ਪੁੱਤਰ ਹੈ। ਜਿਵੇਂ ਮਾਂ ਤੋਂ ਬੱਚੇ ਦੀ ਪੈਦਾਇਸ਼ ਹੁੰਦੀ ਹੈ, ਤੇ ਸਿਆਣੇ ਕਹਿੰਦੇ ਇਸੇ ਤਰ੍ਹਾਂ ਦਇਆ ਤੋਂ ਧਰਮ ਦੀ ਉਤਪਤੀ ਹੁੰਦੀ ਹੈ। ਜਿਵੇਂ ਤੁਲਸੀ ਨੇ ਸ਼ਬਦਾਂ ਵਿੱਚ ਲਿਖਿਆ, ਦਇਆ ਧਰਮ ਕਾ ਮੂਲ ਹੈ, पाप मूल अभिमान, तुलसी दया ना छोड़िए, जब लग घट मैं प्राण। तुलसी कहन लगा जेड़ा दया वो धर्म दा मूल है, धर्म दा मुढ़ है, ते जेड़ा धर्म बंदा हो जांदा वो दया करके हुंदा। हे तुलसी, जिन्ना चिर इस शरीर दे अंदर प्राण वसदे ने, उन्ना चिर कदे भी अपने हिरदे दे विचों दया ना गवाउणा करी। जेड़े दयालु लोग हो जांदे ने, वो फिर जीवां ते पर उपकार करदे ने। खैर, प्रेमे कोड़ी वर्गे महाराज जी दे दरवाजे ते पए रहे। कई जेड़े गलतानी लोग सन, वो नफरत दे नाल कोल दी लंघ जांदे ने। एक दिन बाबा बुढ़ा साहब जी ने बेनती कीती, गरीब नवाज ਤੁਹਾਡੇ ਦਰ ਤੇ ਪ੍ਰੇਮਾ ਕੋੜੀ ਪਿਆ ਹੈ, ਉਹ ਬੜਾ ਕਰਲਾ ਰਿਹਾ ਗੁਰੂ, ਉਹਦਾ ਦੁੱਖ ਦੇਖਿਆ ਨਹੀਂ ਜਾਂਦਾ। ਮਹਾਰਾਜ ਜੀ ਚੁੱਪ ਰਹੇ। ਦੂਸਰੀ ਵਾਰ ਬੇਨਤੀ ਕੀਤੀ, ਸਤਿਗੁਰੂ ਜੀ ਚੁੱਪ ਰਹੇ। ਅੱਜ ਤੀਸਰਾ ਦਿਨ ਹੋਇਆ। ਮਹਾਰਾਜ ਜੀ ਖੁਦਾ ਦੀ ਵਾਹਿਗੁਰੂ ਦੀ ਇਬਾਦਤ ਦੇ ਵਿੱਚੋਂ ਖੜੇ ਹੋਣ ਲੱਗੇ। ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ, ਉਸ ਪ੍ਰੇਮੇ ਕੋੜੀ ਨੂੰ ਸਾਡੇ ਪਾਸ ਲੈ ਕੇ ਆਵੋ। ਜਦੋਂ ਪ੍ਰੇਮੇ ਕੋੜੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਕਿਰਪਾ ਕੀਤੀ ਲਿਆਂਦਾ ਗਿਆ। ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਉਸ ਪ੍ਰੇਮੇ ਕੋੜੀ ਤੇ ਪਾਈ ਤਾਂ ਸਤ ਜਾਣਿਓ ਗੁਰਮਖੋ,
ਪ੍ਰੇਮੇ ਕੋੜੀ ਦਾ ਇਤਿਹਾਸ ਕਹਿੰਦਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਪੰਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਪ੍ਰੇਮੇ ਕੋੜੀ ਦਾ ਜਿਹੜਾ ਸਰੀਰ ਸੀ ਉਹ ਕੰਚਨ ਵਰਗਾ ਹੋ ਗਿਆ ਸੀਗਾ, ਉਹ ਸੋਹਣੇ ਵਰਗਾ ਹੋ ਗਿਆ ਸੀ ਪ੍ਰੇਮੇ ਕੋੜੀ ਦਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅੱਧ ਚੋਂ ਸਾਡਾ ਇਹ ਪੁੱਤਰ ਤੇ ਜਿਹੜਾ ਸਿੱਖ ਇਸ ਦੇ ਨਾਲ ਨਾਤਾ ਕਰੇਗਾ ਕਹਿੰਦੇ ਉਹ ਸਾਡੀ ਬੱਚੀ ਹੋਵੇਗੀ, ਧੀ ਹੋਵੇਗੀ। ਮਹਾਰਾਜ ਜੀ ਨੇ ਨਾਮ ਦਿੱਤਾ ਸੀ ਇਹਨਾਂ ਦੋ ਪਰਿਵਾਰਾਂ ਨੂੰ, ਮੱਥੋ ਮਰਾਰੀ ਦੰਪਤੀ ਨੂੰ। ਮੱਥੋ ਮਰਾਰੀ ਇੱਕ ਮੰਜੀ ਵੀ ਮਹਾਰਾਜ ਜੀ ਨੇ ਬਖਸ਼ੀ ਸੀ। ਖੈਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਇਹਨਾਂ ਤੋਂ ਇਲਾਵਾ ਤੇਰੇ ਦਰ ਤੇ ਪਤਾ ਨਹੀਂ ਕਿੰਨੇ ਕੁ ਬੜਲਾਉਂਦੇ ਨੇ, ਪਤਾ ਨਹੀਂ ਕਿੰਨੇ ਕੁ ਕੁਰਲਾਉਂਦੇ ਨੇ ਦੁਖੀਏ ਦਰਦੀਏ ਲੋਕ ਆ ਕੇ ਸਤਿਗੁਰੂ ਮਹਾਰਾਜ ਜੀ ਮੈਂ ਗਣਤ ਨਾ ਆਵੇ ਕਾਈ ਹੈ, ਮੇਰੇ ਪਾਸੋਂ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਕਿੰਨੇ ਕੁ ਤੇਰੇ ਦਰਵਾਜ਼ੇ ਤੇ ਆ ਕੇ ਰੋਜ਼ ਕਰਲਾਉਂਦੇ ਨੇ, ਅਨੇਕਾਂ ਸੈਂਕੜੇ ਹੀ ਬੇਨਤੀਆਂ ਕਰਦੇ ਨੇ। ਕਿਸੇ ਨੂੰ ਕੋਈ ਰੋਗ, ਕਿਸੇ ਨੂੰ ਕੋਈ ਰੋਗ ਹੈ, ਕੋਈ ਦੁੱਧ ਦੀ ਬੇਨਤੀ ਕਰਦਾ, ਕੋਈ ਪੁੱਤ ਦੀ ਬੇਨਤੀ ਕਰਦਾ, ਕੋਈ ਆਪਣੇ ਸਰੀਰ ਦੇ ਤਣ ਦੀ ਬੇਨਤੀ ਕਰਦਾ, ਰੋਗਾਂ ਦੀ ਨਿਵਰਤੀ ਹੋ ਜਾਵੇ। ਮਹਾਰਾਜ ਮੇਥੋਂ ਇੰਨੀ ਗਿਣਤੀ ਨਹੀਂ ਹੋ ਸਕਦੀ। ਗੁਰੂ ਨਾਨਕ ਦੇਵ ਜੀ ਕਹਿੰਦੇ ਪਰਮੇਸ਼ਰ ਜਿਹੜੇ ਤੇਰੇ ਦਰ ਤੇ ਆ ਕੇ ਕਰ ਲਾਉਂਦੇ ਨੇ। ਸਾਚੀ ਕੀਰਤ ਸਾਚੀ ਬਾਣੀ ਹੋਰ ਨਾ ਦਿਸੈ ਵੇਦ ਪੁਰਾਣੀ। ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਵਾਹਿਗੁਰੂ ਤੇਰੀ ਜਿਹੜੀ ਕੀਰਤੀ ਹੈ, ਤੇਰੀ ਜਿਹੜੀ ਉਪਮਾ ਹੈ ਉਹ ਵੀ ਸੱਚੀ ਹੈ, ਤੇ ਵਾਹਿਗੁਰੂ ਜਿਹੜੀ ਤੇਰੀ ਬਾਣੀ ਹੈ ਉਹ ਵੀ ਸੱਚੀ ਹੈ। ਵਾਸਤਵ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਸੋਂ ਇੱਕ ਇਸਲਾਮ ਧਰਮ ਦੇ ਵਿੱਚ ਬਹੁਤ ਨਾਮਰ ਖੁਦਾ ਦੀ ਬੰਦਗੀ ਵਾਲੇ ਹੋਏ ਨੇ। ਉਹਨਾਂ ਦਾ ਨਾਮ ਸੀਗਾ ਇਮਾਮ ਅਸ਼ਰਫ। ਇਮਾਮ ਅਸ਼ਰਫ ਨੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤੋਂ ਪੁੱਛਿਆ ਸੀ ਮਹਾਰਾਜ ਬਾਣੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ? ਤੇ ਇਮਾਮ ਅਸ਼ਰਫ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀਗਾ ਬਾਣੀਆਂ 4 ਪ੍ਰਕਾਰ ਦੀਆਂ ਹੁੰਦੀਆਂ ਨੇ, ਜਿਸ ਨੂੰ ਕਹਿੰਦੇ ਪਰਾ, ਦੂਸਰੀ ਪਸੰਤੀ, ਤੀਸਰੀ ਮਧਮਾ ਔਰ ਚੌਥੀ ਜਿਹੜੀ ਬੈਖਰੀ ਬਾਣੀ ਜਿਸ ਨੂੰ ਆਖਿਆ ਜਾਂਦਾ। ਇਹ 4 ਤਰ੍ਹਾਂ ਦੀਆਂ ਬਾਣੀਆਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਮਾਮ ਸ਼ਰਫ ਨੂੰ ਉਪਦੇਸ਼ ਦਿੱਤਾ ਸੀਗਾ। ਖੈਰ ਪਦਮ ਭੂਸ਼ਣ ਡਾਕਟਰ ਵੀਰ ਸਿੰਘ ਜੀ ਹੋਣੀ, ਜਿਨ੍ਹਾਂ ਨੂੰ ਉਸ ਸਮੇਂ ਦੇ ਅੰਦਰ ਪਦਮ ਭੂਸ਼ਣ ਦਾ ਅਵਾਰਡ ਪ੍ਰਾਪਤ ਹੋਇਆ, ਜਿਹੜੇ ਰੂਹਾਨੀਅਤ ਦੇ ਮਾਲਕ ਸਨ ਡਾਕਟਰ ਵੀਰ ਸਿੰਘ ਜੀ, ਉਹਨਾਂ ਨੇ ਸ਼ਬਦ ਨੂੰ ਵੀ ਬਾਣੀ ਆਖਿਆ ਹੈ, ਸ਼ਬਦ ਨੂੰ ਵੀ ਬਾਣੀ ਆਖਿਆ ਵਿਆ। ਵਾਸਤਵ ਦੇ ਅੰਦਰ ਜਿਹੜੇ ਜੋਗ ਮਤ ਵਾਲੇ ਨੇ, ਜਿਹੜੇ ਜੋਗੀਏ ਲੋਕ ਨੇ, ਉਹ ਕਹਿਣ ਲੱਗੇ ਕਿ ਜਿਹੜੇ 4 ਪ੍ਰਕਾਰ ਦੇ ਚੱਕਰ ਹੁੰਦੇ ਨੇ, ਜਿਹੜੇ ਮੂਲ ਤੋਂ ਉੱਠ ਕੇ ਰੀੜ ਦੀ ਕੰਗਰੋੜ ਤੱਕ ਆਉਂਦੇ ਨੇ, ਉਹ 4 ਜਿਹੜੇ ਚੱਕਰ ਨੇ ਉਹਨਾਂ ਨੂੰ ਵੀ ਉਹਨਾਂ ਨੇ 4 ਬਾਣੀਆਂ ਆਖਿਆ। ਇਹ ਜੋਗ ਮਤ ਅਨੁਸਾਰ ਜੋਗੀਆਂ ਦਾ ਆਪਣਾ ਖਿਆਲ ਆਤਾ ਹੈ। ਕਹਿਣ ਲੱਗੇ ਕਿ ਜਿਹੜੀ ਪਹਿਲਾਂ ਨਾਭੀ ਤੋਂ ਧੁਨ ਉੱਠੇ, ਸਾਡੀ ਨਾਭੀ ਤੋਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਧੁਨ ਉੱਠਦੀ ਹੈ, ਉਹ ਹਿਰਦੇ ਤੱਕ ਪਹੁੰਚੇ। ਜਿਹੜੀ ਨਾਭੀ ਤੋਂ ਉੱਠੇ ਵਾਹਿਗੁਰੂ ਵਾਹਿਗੁਰੂ ਕਰਦਿਆਂ, ਉਸ ਨੂੰ ਕਹਿੰਦੇ ਇਹ ਪਰਾ ਬਾਣੀ ਹੈ। ਇਸ ਨੂੰ ਪਰਾ ਬਾਣੀ ਦਾ ਨਾਮ ਵਿਦਵਾਨ ਲੋਕਾਂ ਨੇ ਦਿੱਤਾ ਹੈ। ਅੱਜ ਤਾਂ ਵੇਖੋ ਜੇ ਕੋਈ ਵਾਹਿਗੁਰੂ ਦਾ ਨਾਮ ਜਪਦਾ ਏ ਉਸ ਨੂੰ ਤਾਂ ਤੋਤਾ ਰਟਣ ਕਹਿੰਦੇ ਨੇ। ਜੇ ਗੁਰਬਾਣੀ ਦੇ ਆਸੇ ਅਨੁਸਾਰ ਚੱਲੀਏ ਤਾਂ ਭੱਟਾ ਕਹਿਣ ਲੱਗੇ ਵਾਹਿਗੁਰੂ 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 ਵਾਹਿ ਜੀਓ, ਕਵਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ, ਕੈਤ ਮਾਂਜ ਸ਼ੋਧ ਜਿਸੇ ਦਹੀਂ ਭਾਤ ਖਾਹੇ ਜੀਓ।
ਦੇਖ ਰੂਪ ਆਤਨੂਪ ਮੋਹ ਮਹਾ ਮਗ ਭਾਈ ਕਿੰਕਨੀ ਸ਼ਬਦ ਝਣਤਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਇਸ ਬਮ ਗਿਆਨ ਧਿਆਨ ਧਰਤ ਹੀ ਹੈ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ। ਅੱਜ ਦੇ ਜਿਹੜੇ ਖੋਤੀ ਵਿਦਵਾਨ ਹੈ ਉਹ ਕਹਿੰਦੇ ਜੀ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਉਹ ਤਾਂ ਤੋਤਾ ਰਟਣਾ ਹੈ, ਇਹ ਨਹੀਂ ਹੋਣਾ ਚਾਹੀਦਾ। ਜੇ ਕਰਕੇ ਮਹਾਰਾਜ ਜੀ ਨੂੰ ਵਾਹਿਗੁਰੂ ਭਾਉਂਦਾ ਤੇ ਅੱਜ ਦੇ ਜਿਹੜੇ ਲੋਕ ਕਹਿੰਦੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਲਿਖਣ ਦੀ ਕੀ ਲੋੜ ਸੀਗੀ, ਤੇ ਉਹ ਤਾਂ ਵਾਹਿਗੁਰੂ ਵਾਹਿਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖ ਦਿੱਤੇ। ਉਹਨਾਂ ਭਲੇ ਪੁਰਸ਼ਾਂ ਨੂੰ ਪੁੱਛੇ, ਗੁਰਬਾਣੀ ਉਪਦੇਸ਼ ਹੈ, ਵਾਹਿਗੁਰੂ ਜ਼ਿੰਦਗੀ ਦੀ ਜਾਂਚ ਹੈ, ਗੁਰਬਾਣੀ ਉਪਦੇਸ਼ ਹੈ ਨਾਮ ਜਪਣ ਵਾਸਤੇ। ਗੁਰਬਾਣੀ ਕਹਿੰਦੀ ਜੋ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵੇਖ ਦੋਖ ਪਾਪ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਅੰਮ੍ਰਿਤ ਵੇਲਾ ਹੋਵੇਗਾ ਤੂੰ ਬਾਣੀ ਪੜ੍ਹਨੀ ਹੈ, ਜਦੋਂ ਤੂੰ ਆਪਣੇ ਕਾਰ ਵਿਹਾਰ ਵਿੱਚ ਲੱਗੇਗਾ ਉਦੋਂ ਤੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ। ਆਪਣੀ ਸੁਰਤੀ ਦੇ ਅੰਦਰੋਂ ਉਸ ਵਾਹਿਗੁਰੂ ਨੂੰ ਭੁਲਾਉਣਾ ਨਹੀਂ। ਤੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ ਫਿਰ ਗੁਰਬਾਣੀ ਨੇ ਉਹਨਾਂ ਨੂੰ ਸੰਤ ਆਖਿਆ ਹੈ, ਸੰਤ ਦੀ ਪਦਵੀ ਦਿੱਤੀ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨੂੰ ਗੁਰਬਾਣੀ ਨੇ ਕਿਹਾ ਸੰਤ ਲੋਕ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ। ਜਿਹੜੀ ਸਾਡੀ ਨਾਭੀ ਦੀ ਧੁਨ ਤੋਂ ਉੱਠੇ ਉਸ ਨੂੰ ਪਰਾ ਬਾਣੀ ਆਖਿਆ ਜਾਂਦਾ ਹੈ। ਜਿਹੜੀ ਨਾਭੀ ਤੋਂ ਉੱਠ ਕੇ ਹਿਰਦੇ ਦੇ ਅੰਦਰ ਆਏ ਉਸ ਨੂੰ ਪਸੰਤੀ ਬਾਣੀ ਆਖਦੇ ਨੇ। ਤੀਸਰੀ ਹੁੰਦੀ ਹੈ ਮਧਵਾ ਬਾਣੀ, ਜਿਹੜੀ ਫਿਰ ਕਹਿਣ ਲੱਗੇ ਹਿਰਦੇ ਤੋਂ ਉੱਠੇ ਤੇ ਗਲੇ ਦੇ ਅੰਦਰ ਆ ਜਾਵੇ ਉਸ ਨੂੰ ਮਧਵਾ ਬਾਣੀ ਕਹਿੰਦੇ ਆ। ਜਿਹੜੀ ਗਲੇ ਤੋਂ ਉੱਠ ਕੇ ਫਿਰ ਜਵਾਨ ਰਸਨਾ ਤੇ ਆ ਕੇ ਟਿਕ ਜਾਏ ਤੇ ਖਾਲਸਾ ਜੀ ਉਸ ਨੂੰ ਆਖਿਆ ਜਾਂਦਾ ਇਹ ਬੈਖਰੀ ਬਾਣੀ ਹੈ। ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਮਾਮ ਅਸ਼ਰਫ ਨੂੰ ਉਪਦੇਸ਼ ਦਿੱਤਾ ਸੀਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਬਾਣੀਆਂ ਨੇ, ਇਹਨਾਂ ਤੋਂ ਉੱਤਮ ਬਾਣੀ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ। ਸਿੰਘ ਸਾਹਿਬ ਜੀ ਨੇ ਮੰਗਲਾਚਰਨ ਕੀਤੇ ਸਨ ਤੇ ਮੈਂ ਸੁਣ ਰਿਹਾ ਸੀਗਾ ਧਿਆਨ ਦੇ ਨਾਲ। ਮੈਂ ਕਿਹਾ ਦੇਖੋ ਗੁਰੂ ਮਹਾਰਾਜ ਪਾਤਸ਼ਾਹ ਜੀ ਕੀ ਕਾ ਸ਼ਬਦ ਕਹਿ ਰਹੇ ਨੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ। ਇਹ ਮਹਾਪੁਰਖ ਦੀ ਬਾਣੀ ਹੈ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਦੀ ਰਸਨਾ ਤੋਂ ਨਿਕਲੇ ਹੋਏ ਸ਼ਬਦ ਨੂੰ ਗੁਰਬਾਣੀ ਦੇ ਨਾਲ ਉਹਦੀ ਤੁਲਨਾ ਕਰ ਦਿੱਤੀ। ਇਹ ਗੁਰੂ ਦੀ ਬਾਣੀ ਹੈ, ਇਹ ਗੁਰੂ ਦੇ ਬੋਲ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਸਾਚੀ ਕੀਰਤ ਸਾਚੀ ਬਾਣੀ। ਹੇ ਵਾਹਿਗੁਰੂ ਪਰਮੇਸ਼ਰ ਤੇਰੀ ਜਿਹੜੀ ਕੀਰਤੀ ਹੈ ਉਹ ਵੀ ਸੱਚੀ ਹੈ, ਤੇਰੀ ਜਿਹੜੀ ਬਾਣੀ ਹੈ ਗੁਰਬਾਣੀ ਜਿਹੜੀ ਰਸਨਾ ਤੋਂ ਅਸੀਂ ਪੜ੍ਹਦੇ ਹਾਂ ਇਹ ਵੀ ਸੱਚੀ ਹੈ। ਹੋਰ ਨਾ ਦੀਸੈ ਬੇਦ ਪੁਰਾਣੀ। ਹੋਰ ਨਾ ਤਾਂ ਚਾਰ ਵੇਦਾਂ ਵਿੱਚ ਦਿਸਦੀ ਏ ਬਾਣੀ, ਰਿਗ ਵੇਦ, ਜੁਜ ਵੇਦ, ਸ਼ਾਮ ਵੇਦ ਔਰ ਅਥਰਵਣ ਵੇਦ। ਨਾ ਤਾਂ ਇਹਨਾਂ ਚਾਰ ਵੇਦਾਂ ਦੇ ਅੰਦਰ ਇਹ ਬਾਣੀ ਦਿਸਦੀ ਹੈ, ਨਾ 18 ਪੁਰਾਣਾਂ ਦੇ ਵਿੱਚ ਦਿਸਦੀ ਹੈ। ਕੋਈ ਗਰਰ ਪੁਰਾਣ ਨੂੰ ਵਾਚੀ ਜਾਵੇ ਜਾਂ ਕੋਈ ਹੋਰ ਪੁਰਾਣ ਨੂੰ ਵਾਚੀ ਜਾਵੇ, ਹੋਰ 18 ਪੁਰਾਣਾਂ ਦੇ ਅੰਦਰ ਵੀ ਇਹ ਬਾਣੀ ਨਹੀਂ ਲੱਭੇਗੀ।
ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੋਰ ਨਾ ਦਿਸੈ ਵੇਦ ਪੁਰਾਣੀ, ਨਾ ਤਾਂ ਇਹ 4 ਵੇਦਾਂ ਦੇ ਅੰਦਰ, ਨਾ 18 ਪੁਰਾਣਾਂ ਦੇ ਅੰਦਰ ਇਹ ਗੁਰਬਾਣੀ ਦਿਸਦੀ ਹੈ। ਇਹ ਤਾਂ ਕੇਵਲ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਵਿੱਚੋਂ ਹੀ ਇਹ ਬਾਣੀ ਦੇ ਦਰਸ਼ ਹੁੰਦੇ ਨੇ ਸਖਿਆਤ ਰੂਪ ਦੇ ਅੰਦਰ। ਪੂੰਜੀ ਸਾਚ ਸੱਚੇ ਗੁਣ ਗਾਵਾਂ, ਮੈਂ ਧਾਰ ਹੋਰ ਨਾ ਕਾਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਵਾਹਿਗੁਰੂ ਸ਼ਰਧਾ ਰੂਪ ਪੂੰਜੀ, ਸ਼ਰਧਾ ਰੂਪ ਜਿਹੜੀ ਪੂੰਜੀ ਹੈ ਸੱਚੀ ਹੈ, ਉਹ ਬਖਸ਼। ਇਹ ਸ਼ਰਧਾ ਰੂਪ ਪੂੰਜੀ ਦੇ ਦੁਆਰਾ ਮਹਾਰਾਜ ਮੈਂ ਆਪਣੀ ਰਸਨਾ ਤੋਂ ਤੇਰੇ ਸੱਚੇ ਗੁਣਾਂ ਨੂੰ ਗਾਉਣਾ ਕਰਾਂ। ਦੇਖੋ ਗੁਰਮੁਖੋ, ਮਹਾਰਾਜ ਜੀ ਨੇ ਸਾਨੂੰ 2 ਤਰ੍ਹਾਂ ਦੀ ਉਪਦੇਸ਼ ਦਿੱਤੇ ਨੇ। ਇੱਕ ਤਾਂ ਜਿਹੜੀ ਨਮਸਕਾਰ ਕਰਨੀ ਹੈ, ਭਾਵੇਂ ਕੋਈ ਵਿਦਵਾਨ ਨਮਸਕਾਰ 8 ਤਰ੍ਹਾਂ ਦੀ ਮੰਨਦਾ ਏ, ਭਾਵੇਂ ਕੋਈ ਕਿੰਨੇ ਤਰ੍ਹਾਂ ਦੀ ਮੰਨਦਾ, ਪਰ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੂੰ ਨਮਸਕਾਰ ਡੰਡੌਤ ਬੰਦਨਾ ਹੈ। ਡੰਡੇ ਵਾਂਗੂ ਸਿੱਧਾ ਹੋ ਕੇ ਲੰਮਾ ਹੋ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਨੀ। ਮਹਾਰਾਜ ਜੀ ਕਹਿੰਦੀ ਬੰਦਨਾ ਕਰਨੀ, ਡੰਡੌਤ ਕਰ। ਤੇ ਫਿਰ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣੇ ਨੇ ਉਹ ਗੋਪਾਲ ਦੇਗਾ। ਮੈਂ ਸ਼ਬਦ ਦੇ ਨਾਲ ਆਪ ਜੀ ਨੂੰ ਜੋੜ ਰਿਹਾ ਹਾਂ। ਮਹਾਰਾਜ ਜੀ ਕਹਿੰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜੇ ਤੂੰ ਨਮਸਕਾਰ ਕਰਨੀ ਹੈ ਤੋ ਉਹ ਪ੍ਰਮਾਤਮਾ ਵਾਹਿਗੁਰੂ ਨੂੰ ਕਰ, ਤੇ ਜੇ ਗੁਣ ਗਾਉਣੇ ਨੇ ਤੇ ਉਸ ਗੋਪਾਲ ਦੇਗਾ ਜਿਹੜਾ ਪ੍ਰithvi ਦੀ ਪਾਲਣਾ ਕਰਨ ਵਾਲਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸੱਚੇ ਗੁਣ ਗਾਵਾਂ। ਹੇ ਵਾਹਿਗੁਰੂ, ਮੈਂ ਆਪਣੀ ਰਸਨਾ ਤੋਂ ਤੇਰੇ ਸੱਚੇ ਗੁਣਾਂ ਨੂੰ ਗਾਉਣਾ ਕਰਾਂ। ਮਨੁੱਖ ਦਾ ਖਿਆਲ ਆਤ ਕੋਈ ਇਸ ਰਸਨਾ ਦੇ ਨਾਲ ਆਪਣੇ ਝੂਠੇ ਮਿੱਤਰਾਂ ਦੇ ਝੂਠੇ ਗੁਣਾਂ ਦੀ ਵਡਿਆਈ ਕਰਦਾ ਏ, ਕੋਈ ਆਪਣੇ ਧੀਆਂ ਪੁੱਤਰਾਂ ਦੀ ਇਸ ਰਸਨਾ ਤੋਂ ਝੂਠੀ ਵਡਿਆਈ ਝੂਠੇ ਗੁਣਾਂ ਨੂੰ ਉਚਾਰਨ ਕਰਦਾ, ਜਿਹੜੀ ਨਿਸਫਲ ਹੈ। ਮਹਾਰਾਜ ਜੀ ਕਹਿੰਦੇ ਇਸ ਰਸਨਾ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਗੁਣਾਂ ਨੂੰ ਗਾਉਣਾ ਕਰਾਂ। ਮੈਂ ਧਾਰ ਹੋਰ ਨਾ ਕਾਈ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂਗਾ। ਆਸਰਾ ਰੱਖਣਾ ਵਾਹਿਗੁਰੂ ਤੇਰੇ ਤੇ ਰੱਖਾਂ ਮੈਂ। ਜਿਹੜਾ ਥਾਂ ਥਾਂ ਤੇ ਜਾਣ ਵਾਲਾ ਹੈ ਉਹਦੇ ਅੰਦਰ ਆਸਰੇ ਦੀ ਸ਼ਰਧਾ ਨਹੀਂ ਵੱਜਦੀ। ਖਿਆਲ ਕਰੋ, ਜੇ ਉਹ ਆਵੇਗਾ ਤਾਂ ਜ਼ਰੂਰ, ਪਰ ਉਸ ਨੂੰ ਰਸ ਨਹੀਂ ਬਣੇਗਾ। ਉਹ ਸੰਗਤ ਵਿੱਚ ਬੈਠੇਗਾ ਤਾਂ ਜ਼ਰੂਰ, ਉਸ ਨੂੰ ਰਸ ਨਹੀਂ ਬਣਦਾ, ਕਿਉਂਕਿ ਉਹ ਤਾਂ ਬੁੱਤ ਪ੍ਰਸਤੀ ਹੈ। ਉਹ ਤਾਂ ਬੁੱਤਾਂ ਨੂੰ ਪੂਜਣ ਵਾਲਾ। ਉਹਦੇ ਮਨ ਦੇ ਵਿੱਚ ਪਤਾ ਨਹੀਂ ਕਿਵੇਂ ਖਿਆਲ ਆਇਆ ਮੈਂ ਗੁਰੂ ਨਾਨਕ ਦੇ ਦਰਵਾਜ਼ੇ ਤੇ ਜਾ ਆਵਾਂ। ਉਹ ਆ ਕੇ ਬੈਠਦਾ ਗਿਆ, ਪਰ ਉਸ ਨੂੰ ਆਨੰਦ ਨਹੀਂ ਬਣਿਆ, ਕਿਉਂਕਿ ਉਹ ਰੂਹਾਨੀਅਤ ਦਾ ਮਾਲਕ ਨਹੀਂ ਸੀਗਾ। ਇਸੇ ਕਰਕੇ ਜਿਹੜਾ ਥਾਂ ਥਾਂ ਦੀਆਂ ਠੋਕਰਾਂ ਖਾਣ ਵਾਲਾ ਹੁੰਦਾ ਏ, ਉਸ ਨੂੰ ਰਸ ਨਹੀਂ ਬਣਦਾ। ਮਹਾਰਾਜ ਜੀ ਦੇ ਕੋਲੇ ਬੈਠਦਾ ਜਾਂਦਾ, ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਨਹੀਂ ਪੈਂਦੀ, ਮਹਾਰਾਜ ਜੀ ਦੀ ਸਵੱਲੀ ਨਿਗਾਹ ਨਹੀਂ ਪੈਂਦੀ, ਕਿਉਂਕਿ ਉਹ ਤਾਂ ਹਿਰਦੇ ਦੇ ਅੰਦਰ ਹੋਰਾਂ ਦਾ ਆਸਰਾ ਲਈ ਬੈਠਾ ਪਿਆ। ਮਹਾਰਾਜ ਜੀ ਕਹਿੰਦੇ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿਹੜੇ ਬੁੱਤਾਂ ਦੀ ਪੂਜਾ ਕਰਨ ਵਾਲੇ ਨੇ, ਜਿਹੜੇ ਮੁਰਦਿਆਂ ਦੀ ਪੂਜਾ ਕਰਨ ਵਾਲੇ, ਕਬਰਾਂ ਦੀ ਪੂਜਾ ਕਰਨ ਵਾਲੇ ਨੇ, ਤੇ ਉਹ ਰੱਬ ਦੇ ਕੋਲੇ ਬਹਿ ਸਕਣ ਵੱਖਰੀ ਗੱਲ ਹੈ, ਪਰ ਵਾਹਿਗੁਰੂ ਦੇ ਨਜ਼ਦੀਕ ਨਹੀਂ ਆ ਸਕਦੇ, ਕਿਉਂਕਿ ਰੱਬ ਦਾ ਉਹਨਾਂ ਨੂੰ ਭੇਦ ਨਹੀਂ ਆਇਆ, ਸਮਝ ਨਹੀਂ ਆਈ, ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਹੀਂ ਪਈ। ਮੈਂ ਰਾਤ ਵੀ ਇੱਕ ਥਾਂ ਤੇ ਕਥਾ ਕਰ ਰਿਹਾ ਸੀਗਾ, ਉੱਥੇ ਸ਼ਬਦ ਦੁਹਰਾਇਆ ਸੀਗਾ, ਇੱਕ ਚੰਪਾ ਦਾ ਫੁੱਲ ਹੁੰਦਾ, ਚੰਪਾ ਦਾ ਫੁੱਲ, ਚੰਪਾ ਦਾ ਫੁੱਲ ਬੜਾ ਖੜਿਆ ਹੋਇਆ ਸੀ, ਉਹਦੇ ਅੰਦਰੋਂ ਖੁਸ਼ਬੂ ਵੀ ਆਉਂਦੀ ਹੈ, ਉਹ ਸੋਹਣਾ ਵੀ ਬੜਾ ਹੁੰਦਾ। ਵਿਦਵਾਨ ਪੁਰਸ਼ਾਂ ਨੇ ਲਿਖਿਆ ਏ, ਕਹਿਣ ਲੱਗੇ ਸੋਹਣਾ ਵੀ ਬੜਾ ਹੈ, ਖੁਸ਼ਬੂਦਾਰ ਵੀ ਬੜਾ, ਪਰ ਭੌਰਾ ਉਹਦੇ ਨਜ਼ਦੀਕ ਨਹੀਂ ਆਉਂਦਾ ਪਿਆ। ਭੌਰਾ ਉਹਦੇ ਕੋਲੇ ਆ ਕੇ ਚੰਪਾ ਦੇ ਫੁੱਲ ਦੀ ਸੁਗੰਧੀ ਨਹੀਂ ਲੈ ਸਕਦਾ ਪਿਆ,
ਕੋਈ ਕਵੀ ਤੁਰਿਆ ਜਾਂਦਾ ਸੀਗਾ, ਤੁਰੇ ਜਾਂਦੇ ਨੇ ਉਹ ਚੰਪਾ ਦੇ ਫੁੱਲ ਨੂੰ ਦੇਖਿਆ, ਖੁਸ਼ਬੂ ਆ ਰਹੀ ਹੈ, ਚੰਪਾ ਦੇ ਫੁੱਲ ਬੜਾ ਸੋਹਣਾ ਹੈ। ਤੇ ਕਵੀ ਨੇ ਆਪਣੇ ਮੁਖਾਤਬ ਹੋ ਕੇ ਉਸ ਚੰਪਾ ਨੂੰ ਕਿਹਾ ਸੀ, ਚੰਪਾ ਤੁਝ ਮੇਂ ਤੀਨ ਗੁਣ, ਰੂਪ ਰੰਗ ਅਰ ਵਾਸ। ਤੇਰੇ ਵਿੱਚ 3 ਗੁਣ ਨੇ, ਤੂੰ ਸੋਹਣਾ ਹੈ, ਤੇਰੇ ਵਿੱਚੋਂ ਵਾਸ਼ਨਾ ਆ ਰਹੀ ਹੈ, ਤੇਰੀ ਸੁੰਦਰਤਾ ਬੇਅੰਤ ਹੈ। ਚੰਪਾ ਤੁਝ ਮੇਂ 3 ਗੁਣ, रूप रंग अरवास, को औगण को ना पिखै, भवर बहे ना पास। चंपा तेरे विच कोई भी औगण नहीं देखीदा, फिर भी भौरा तेरे पास क्यों नहीं आके बैठदा। एक कवि दे ख्याल आत ने, वो कहंदा फिर भी तेरे पास आके भौरा क्यों नहीं बैठदा। एक कवि ने जदों चंपा दे फुੱਲ ਨੂੰ ਕਿਹਾ ना, ਉਹ बड़ी खिड़ खड़ा के हसया। ਉਹਨੇ ਅੱਗੋਂ ਕਿਹਾ, हे कब मुझ में 3 गुण, रूप रंग अरवास। कहंदी कवि तेरे अंदर भुलेखा है, इथे तू भुलेखा खा गया। मेरे विच औगण नहीं, मेरे विच गुण है, मेरे विच औगण नहीं। चंपा कहन लगी, हे कब मुझ में 3 गुण, रूप रंग अरवास। मेरे विच 3 गुण ने, मैं सोहनी हां, मेरा रंग वधिया, मेरे विचों खुशबू वधिया आ रही है। ते फिर चंपा ने अगला जिहड़ा कहना बचन, कवि हैरान हो गया। वो कहन लगी चंपा दा फुੱਲ, कहन लगी, ठौर ठौर के मीत को कौन बहावे पास। कहंदी कवि जेड़े तू फुੱਲ दी गल करदा पिया है, ਇਹ ਫੁੱਲ ਤੇ ਜਿਹੜਾ ਭੌਰੇ ਦੀ ਗੱਲ ਕਰਦਾ ਪਿਆ ਏ, ਇਹ ਭੌਰਾ ਤਾਂ ਕਹਿੰਦੀ ਜਗ੍ਹਾ ਜਗ੍ਹਾ ਦਾ ਮਿੱਤਰ ਹੈ। ਇਹ ਫੁੱਲ ਵੇਖਿਆ ਇਹਦੇ ਤੇ ਬੈਠ ਗਿਆ, ਇਹ ਫੁੱਲ ਵੇਖਿਆ ਇਹਦੇ ਤੇ ਬੈਠ ਗਿਆ, ਇਹ ਫੁੱਲ ਵੇਖਿਆ ਇਹਦੇ ਤੇ ਸੁਗੰਧੀ ਲੈਣ ਵਾਸਤੇ ਬੈਠ ਗਿਆ। ਤੇ ਹੇ ਕਵੀ, ਮੈਂ ਜਿਹੜਾ ਇਹੋ ਜਿਹਾ ਮਿੱਤਰ ਹੁੰਦਾ ਜਗ੍ਹਾ ਜਗ੍ਹਾ ਤੇ ਜਾਣ ਵਾਲਾ, ਚੰਪਾ ਕਹਿੰਦੀ ਉਸ ਨੂੰ ਮੈਂ ਮੂੰਹ ਨਹੀਂ ਲਾਉਂਦੀ ਵੀ, ਉਸ ਨੂੰ ਮੈਂ ਆਪਣੇ ਕੋਲ ਨਹੀਂ ਬਹਾਉਂਦੀ। हे कब मुझ में 3 गुण, रूप रंग अरवास, ठौर ठौर के मीत को कौन बहावे पास। ये जड़ा ठौर ठौर जगह ते जान वाला, कोई कबरां ते, कोई मड़ियां ते, कोई मसाणियां ते, जगह जगह ते जान वाला, फिर बापू साडा उसनू अपना मुंह नहीं लाउंदा पिया, उसनू अपने कोल नहीं बहाउंदा पिया। जे अपना आसरा रखना है, टेक रखनी है, फिर एक दे उपर ही होवे। जिमें सतगुरु महाराज जी कहन लगे, मैं धर होर ना काई है। हे वाहिगुरु, तेरे तो बिना मैनू होर किसे दा आसरा ही नहीं। जुग जुग साचा है पी होसी, कौन ना मुआ कौन ना मरसी। जुग दा अर्थ गणित भाषा दे अनुसार 2 हुंदा है। इत्थे जुग दा अर्थ तब्दीली, किसी विच तब्दीली आ जानी समय दे अंदर, उसनूं जुग आख्या जांदा है। गुरु नानक देव महाराज पातशाह जी कहन लगे, जुग जुग साचा। पुराने समय दे अंदर वाहिगुरु तू सच्चा सीगा, जिहड़ा बीत चुका उस समय दे अंदर तू सच्चा। वाहिगुरु परमेश्वर वर्तमान समा चल रहा तू सच्चा है, भविष्य आने वाला समा होवेगा ਉਹਦੇ ਵਿੱਚ भी तू सच्चा होवेगा। कौन ना मूआ कौन ना मरसी। धन गुरु नानक देव महाराज जी कहते, इस दुनिया ते तेरे तो बिना केड़ा नहीं मरिया, सारे मरे ने तेरे तो बिना। वाहिगुरु तू नहीं कला मरिया, तू सदा स्थिर है, क्योंकि तेरी मूर्त अकाल है, उथे मौत नहीं आवेगी। दुनिया दे उपर जिसने भी जन्म लिया वो दुनिया दे उपर चले गया। एक शाह मुहम्मद दियां 17 मनु चेते आ गया। वो कहंदा, ये तां जग सराय मुसाफरां दी कई जोर वाले इत्थे आए गए। सदाद नमरूद फरून जेहे दावा बन के खुदा कहाए गए। अकबर शाह वर्गे दिल्ली दे विच फेरी वांग वणजारियां पाए गए। शाह मुहम्मदा
ਰਹੇਗਾ ਰੱਬ ਸੱਚਾ ਵਾਜੇ ਕੂੜਦੇ ਕਈ ਵਜਾਏ ਗਏ। ਕੌਣ ਨਾ ਮੂਆ ਗਹਿਰੀ ਕਰਕੇ ਨੀਮ ਖਦਾਈ ਉਪਰ ਮੰਡ ਪਛਾਏ ਮਾਰ ਕੰਡੇ ਤੇ ਕੋ ਅਧਿਕਾਈ ਜਨ ਤਰਨ ਧਰਮ ਮੁੰਡ ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ 12 जोजन छत्र चले था देही गर्जना खाई सर्व सोने की लंका होती रावण से अधकाई कहां पयो दर बांधे हाथी खिन में भई परपाई खिन में भई पराई दरबासा स्यो करत ठगौरी जादव ए फल पाए कृपा करी जन अपने ऊपर नाम दियो हर गुण गाए केड़ा नहीं दुनिया ते मरिया कौन ना मुआ कौन ना मरसी ਤੇ ਕਿਹੜਾ ਨਹੀਂ ਮਰੇਗਾ ਸਾਰੇ ਮਰਨਗੇ ਸਾਰੇ ਮੂਏ ਹੋ ਜਾਣਗੇ ਤੇ ਪਿਛਲੇ ਸਮੇਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾਨਕ ਨੀਚ ਕਹੈ ਬੇਨੰਤੀ ਦਰ ਦੇਖੋ ਲਿਵ ਲਾਈ ਹੈ ਆਖਰਲੀਆਂ ਪੰਕਤੀਆਂ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ ਨਾਨਕ ਨੀਚ ਕਹੈ ਬੇਨੰਤੀ ਜਿਹੜਾ ਨੀਚ ਸ਼ਬਦ ਹੈ ਨਾ ਇਹਨੂੰ ਵਿਦਵਾਨ ਨਿਮਰਤਾ ਦਾ ਤੁਲ ਵੀ ਆਖਦੇ ਨੇ ਨਿਮਰਤਾ ਦਾ ਤੁਲ ਫਿਰ ਸਤਿਗੁਰੂ ਮਹਾਰਾਜ ਜੀ ਨਿਮਾਣੇ ਹੋ ਕਰਕੇ ਬੇਨਤੀ ਕਰਦੇ ਨੇ ਹੇ ਵਾਹਿਗੁਰੂ ਮੈਂ ਲਿਵ ਲਾ ਕੇ ਬਿਰਤੀ ਲਾ ਕੇ ਮਤ ਲਾ ਕੇ ਤੇਰੇ ਦਰਵਾਜ਼ੇ ਤੇ ਖੜਾ ਹਾਂ ਕਿਰਪਾ ਕਰਕੇ ਵਾਹਿਗੁਰੂ ਪਰਮੇਸ਼ਰ ਮੇਰੇ ਤੇ ਸਵੱਲੀ ਆਪ ਦੀ ਕਿਰਪਾ ਦ੍ਰਿਸ਼ਟੀ ਪਾ ਦੇਣਾ ਕਰੋ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਜਿਹੜੇ ਮਾਰੂ ਸੋਹਲਿਆਂ ਦੇ ਵਿੱਚ ਪਾਵਨ ਸ਼ਬਦਾਂ ਦੀ ਵਿਚਾਰ ਇਸ ਤੁਸ਼ ਬੁੱਧੀ ਦੇ ਦੁਆਰਾ ਕੀਤੀ ਗਈ ਅਖਰੀ ਅਰਥ ਕਰਦਿਆਂ ਪਾਸੋਂ ਭਾਵ ਅਰਥ ਕਰਦਿਆਂ ਪਾਸੋਂ ਹੋਈਆਂ ਸੂਖਮ ਭੁੱਲਾਂ ਦੀ ਖਿਮਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਟਨ ਕੋਟ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਉੱਥੇ ਮੇਰੇ ਅਤੀ ਸਤਿਕਾਰਯੋਗ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਬੰਗਲਾ ਸਾਹਿਬ ਜੀ ਦਾ ਵੀ ਮੈਂ ਕੋਟਨ ਕੋਟ ਧੰਨਵਾਦ ਕਰਦਾ। ਧੰਨਵਾਦ ਹੈ ਗੁਰੂ ਦੀਆਂ ਸੰਗਤਾਂ ਦਾ ਸਭ ਤੋਂ ਵੱਧ ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਜਿਸ ਨੇ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ। ਹੋਈਆਂ ਸੂਖਮ ਭੁੱਲਾਂ ਦੀ ਖਿਮਾ ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹੈ ਬੇਨੰਤੀ ਦਰ ਦੇਖੋ ਲਿਵ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।